ਬਲੋਚਿਸਤਾਨ 'ਚ ਬਲੋਚ ਅਤਿਗਰਦਾਂ ਵੱਲੋਂ 2 ਪੰਜਾਬੀ ਮਜ਼ਦੂਰਾਂ ਦਾ ਕਤਲ ਜਦਕਿ ਇੱਕ ਝੜਪ ਦੇ ਵਿੱਚ 2 ਬਲੋਚ ਅਤਿਗਰਦ ਫੋਰਸਿਸ ਦੇ ਹੱਥੋਂ ਮਾਰੇ ਗਏ। ਹੁਕਮਰਾਨਾਂ ਦੀ ਮਰਜ਼ੀ ਦੇ ਮੁਤਾਬਕ ਇਸਲਾਮਾਬਾਦ ਹਾਈ ਕੋਰਟ, ਬਲੋਚਿਸਤਾਨ ਹਾਈ ਕੋਰਟ ਤੇ ਪਿਸ਼ਾਵਰ ਹਾਈ ਕੋਰਟਸ ਤੇ ਨਵੇਂ ਚੀਫ ਜਸਟਿਸ ਲਾ ਦਿੱਤੇ ਗਏ। ਜੇਲ੍ਹ 'ਚ ਕੈਦ ਇਮਰਾਨ ਖਾਨ ਦੇ ਲੀਡਰਾਂ ਦਾ ਆਖਣਾ ਹੈ ਕਿ ਹੁਕਮਰਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਪਾਕਿਸਤਾਨ ਦਾ ਗਵਾਦਰ ਬਲੋਚਿਸਤਾਨ ਤੋਂ ਅਰਬ ਮੁਲਕਾਂ ਵਾਸਤੇ ਫੈਰੀ ਸਰਵਿਸ ਸ਼ੁਰੂ ਕਰਨ ਦਾ ਐਲਾਨ। ਫੈਡਰਲ ਸਰਕਾਰ ਵੱਲੋਂ 10 ਜੁਲਾਈ ਤੱਕ ਮੁਲਕ ਭਰ ਦੇ ਵਿੱਚ ਯੂਟਿਲਿਟੀ ਸਟੋਰਾਂ ਨੂੰ ਬੰਦ ਕਰਨ ਦਾ ਐਲਾਨ। ਤੇ ਸੁਣਿਆ ਜੇ ਕਿ ਭਾਰਤੀ ਬਾਰਡਰ ਦੇ ਲਾਗੇ ਦੇ ਰੇਗਿਸਤਾਨ ਦੇ ਵਿੱਚੋਂ ਇੱਕ ਪਾਕਿਸਤਾਨੀ ਹਿੰਦੂ ਜੋੜੇ ਦੀਆਂ ਲਾਸ਼ਾਂ ਲੱਭੀਆਂ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪੰਜਾਬੀ ਰੇਡੀਓ USA ਦੇ ਫ੍ਰੈਸਨੋ ਸਟੂਡੀਓਜ਼ ਤੋਂ ਕੈਲੀਫੋਰਨੀਆ ਤੋਂ ਆਪ ਸਭ ਦੇ ਰੂਬਰੂ ਹਾਜ਼ਰ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਅਪਡੇਟ ਪਾਕਿਸਤਾਨ ਦੇ ਵਿੱਚੋਂ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟਿਆਂ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਤੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ, ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਟੈਲੀਫੋਨ ਨੰਬਰ 408272 4082725200 ਹੈ। ਜਦਕਿ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਦੇ ਹੱਲ ਚੱਲਨੇ ਹਾਂ। ਪਾਕਿਸਤਾਨ ਦੇ ਪੰਛਮੀ ਸੂਬੇ ਬਲੋਚਿਸਤਾਨ ਦੇ ਵਿੱਚ ਇੱਕ ਵਾਰ ਫਿਰ ਬਲੋਚ ਅਤਿਗਰਦਾਂ ਵੱਲੋਂ ਹਮਲਾ ਕਰਕੇ 2 ਪੰਜਾਬੀ ਮਜ਼ਦੂਰਾਂ ਨੂੰ ਸ਼ਨਾਖਤ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਹੈ। ਜ਼ਿੰਮੇਦਾਰਾਂ ਦਾ ਆਖਣਾ ਹੈ ਕਿ ਕਤਲ ਕੀਤੇ ਗਏ ਇਹ ਦੋਵੇਂ ਮਜ਼ਦੂਰਾਂ ਦਾ ਤਾਲੁਕ ਲਹਿੰਦੇ ਪੰਜਾਬ ਦੇ ਸ਼ਹਿਰ ਡੇਰਾ ਇਸਮਾਈਲ ਖਾਨ ਦੇ ਨਾਲ ਹੈ। ਇਹਨਾਂ ਦੋਵਾਂ ਨੂੰ ਉਦੋਂ ਕਤਲ ਕੀਤਾ ਗਿਆ ਹੈ ਜਦੋਂ ਇਹ ਨਲਕਿਆਂ ਦੇ ਬੋਰ ਕਰਨ ਵਾਸਤੇ ਉੱਥੇ ਕੰਮ ਕਰਨ ਦੇ ਸਨ। ਇਹਨਾਂ ਦੇ ਨਾਲ ਕੰਮ ਕਰਦੀ ਇਹਨਾਂ ਦੀ ਲੇਬਰ ਜਾਂ ਇਹਨਾਂ ਦੇ ਬਾਕੀ ਮਜ਼ਦੂਰਾਂ ਦੇ ਵਿੱਚ ਬਲੋਚ ਬਸ਼ਿੰਦੇ ਹੀ ਸਨ, ਜਿਨ੍ਹਾਂ ਨੂੰ ਜ਼ਖਮੀ ਕੀਤਾ ਗਿਆ ਹੈ। ਆਖਿਆ ਗਿਆ ਹੈ ਕਿ ਇਸ ਅੰਨ੍ਹੇਵਾਹ ਫਾਇਰਿੰਗ ਦੇ ਨਾਲ ਮੋਟਰਸਾਈਕਲ ਤੇ ਆਏ ਨਕਾਬਪੋਸ਼ਾਂ ਨੇ ਇਹਨਾਂ ਦੋਵਾਂ ਨੂੰ ਕਤਲ ਕੀਤਾ ਔਰ ਇਹਨਾਂ ਦੇ ਨਾਲ ਕੰਮ ਕਰਦੇ ਬਾਕੀ ਤਿੰਨਾਂ ਨੂੰ ਫੱਟਰ ਕਰਕੇ ਉੱਥੋਂ ਫਰਾਰ ਹੋਣ 'ਚ ਕਾਮਯਾਬ ਹੋਏ ਔਰ ਉਹਨਾਂ ਦੀ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ। ਦੂਸਰੇ ਪਾਸੇ ਬਲੋਚਿਸਤਾਨ ਦੇ ਜ਼ਿਲ੍ਹੇ ਮਸਤੂੰਗ ਦੇ ਵਿੱਚੋਂ ਮਿਲਣ ਵਾਲੀਆਂ ਇਤਲਾਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ 60 ਤੋਂ ਵੱਧ ਬਲੋਚ ਅਤਿਗਰਦਾਂ ਨੇ 3 ਗਰੁੱਪਾਂ ਦੀ ਸ਼ਕਲ ਦੇ ਵਿੱਚ ਮਸਤੂੰਗ ਸ਼ਹਿਰ ਦੇ ਬੈਂਕਾਂ, ਸਰਕਾਰੀ ਦਫ਼ਤਰਾਂ, ਤਹਿਸੀਲ ਦਫ਼ਤਰਾਂ ਦੇ ਉੱਤੇ ਹਮਲਾ ਕਰਕੇ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਨੂੰ ਅੱਗ ਲਾ ਦਿੱਤੀ, ਬੈਂਕਾਂ ਨੂੰ ਰਕਮਾਂ ਨਾਲ ਲੁੱਟ ਲਿਆ ਔਰ ਉਸ ਤੋਂ ਬਾਅਦ ਇਹ ਰਕਮਾਂ ਲੁੱਟਣ ਮਗਰੋਂ ਬੈਂਕਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਤੋੜ ਭੰਨ ਕੀਤੀ ਗਈ। ਪਰ ਇਸੇ ਦੌਰਾਨ ਲੇਵੀਜ਼, CTD ਯਾਨੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਔਰ ਦੂਸਰੀਆਂ ਫੋਰਸਿਸ ਮੌਕੇ ਤੇ ਪਹੁੰਚ ਗਈਆਂ ਔਰ ਉਹਨਾਂ ਨੇ ਘੇਰਾਬੰਦੀ ਕਰ ਲਈ, ਜਿਹਦੇ ਤੇ ਇਹਨਾਂ ਬਲੋਚ ਅਤਿਗਰਦ ਗਰੁੱਪਾਂ ਨੇ ਉਹਨਾਂ ਦੇ ਉੱਤੇ ਮਾਰਟਰ ਗੋਲੇ ਸੁੱਟੇ ਔਰ ਅੰਨ੍ਹੇਵਾਹ ਫਾਇਰਿੰਗ ਕੀਤੀ। ਫਾਇਰਿੰਗ ਦੇ ਤਬਾਦਲੇ ਦੇ ਵਿੱਚ 2 ਬਲੋਚ ਅਤਿਗਰਦ ਨੇ ਜਿਹੜੇ ਉਹ ਮਾਰੇ ਗਏ, ਜਦਕਿ ਇਹਨਾਂ ਦੇ 2 ਸਾਥੀ ਨੇ ਜਿਹੜੇ ਉਹ ਫੱਟਰ ਹਾਲਤ 'ਚ ਗ੍ਰਿਫਤਾਰ ਹੋਏ ਨੇ। ਬਾਕੀ ਭੱਜਣ 'ਚ ਕਾਮਯਾਬ ਰਹੇ ਪਰ ਉਹਨਾਂ 'ਚੋਂ 3 ਨੂੰ ਜਿੰਦਿਆਂ ਗ੍ਰਿਫਤਾਰ ਕਰ ਲਿਆ ਗਿਆ ਹੈ। ਯਾਦ ਰਵੇ ਕਿ ਬਲੋਚਿਸਤਾਨ ਦੇ ਵਿੱਚ ਬਲੋਚ ਅਤਿਗਰਦਾਂ ਵੱਲੋਂ ਹੁਣ ਕਤਲੋ ਗਾਰਤ ਦੇ ਨਾਲ ਬੈਂਕਾਂ ਨੂੰ ਲੁੱਟਣ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਜ਼ੋਰਾਂ ਤੇ ਹੈ, ਜਿੱਥੇ ਉਹ ਇਲਾਕੇ ਦੇ ਬੇਗੁਨਾਹ ਲੋਕਾਂ ਨੂੰ ਵੀ ਕਤਲ ਕਰ ਰਹੇ ਨੇ। ਹੁਕਮਰਾਨਾਂ ਦੀ ਮਰਜ਼ੀ ਦੇ ਉੱਤੇ ਜੱਜਾਂ ਨੂੰ ਲਾਉਣ ਦੇ ਕੰਮ ਨੂੰ ਹੁਣ ਬਕਾਇਦਾ ਪਾਕਿਸਤਾਨ ਦੇ ਵਿੱਚ ਕਨਸਟੀਟਿਊਸ਼ਨ 'ਚ 26ਵਾਂ ਬਦਲਾਅ ਕਰਕੇ ਆਪਣੀ ਮਨਮਰਜ਼ੀ ਮੁਤਾਬਕ ਢਾਲਿਆ ਗਿਆ ਹੈ। ਪਰ ਇਹਦੇ ਉੱਤੇ ਇਤਰਾਜ਼ ਕੀਤਾ ਸੀਗਾ ਜਸਟਿਸ ਮਨਸੂਰ ਅਲੀ ਸ਼ਾਹ ਨੇ, ਜੋ ਸੁਪਰੀਮ ਕੋਰਟ ਪਾਕਿਸਤਾਨ ਦੇ ਸੀਨੀਅਰ ਜੱਜ ਨੇ ਔਰ ਹੁਕੂਮਤ ਨੇ ਚਾਲਬਾਜ਼ੀ ਦੇ ਨਾਲ ਆਈਨੀ ਤਰਮੀਮ ਦੇ ਤਹਿਤ ਉਹਨਾਂ ਨੂੰ ਚੀਫ ਜਸਟਿਸ ਆਫ ਪਾਕਿਸਤਾਨ ਨਹੀਂ ਬਣਨ ਦਿੱਤਾ। ਉਹਨਾਂ ਦਾ ਆਖਣਾ ਸੀਗਾ ਕਿ 26ਵੇਂ ਆਈਨੀ ਬਦਲਾਅ ਦੇ ਉੱਤੇ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਅਦਾਲਤਾਂ ਦੇ ਚੀਫ ਜਸਟਿਸ ਨੇ ਜਿਹੜੇ ਉਹ ਨਾ ਲਾਏ ਜਾਣ। ਪਰ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਵੱਲੋਂ ਬਾਕਾਇਦਾ ਇਸਲਾਮਾਬਾਦ ਹਾਈ ਕੋਰਟ ਦੇ ਵਾਸਤੇ ਜਸਟਿਸ ਸਰਫਰਾਜ਼ ਡੋਗਰ, ਇਸ ਤੋਂ ਬਾਅਦ ਸਿੰਧ ਹਾਈ ਕੋਰਟ ਦੇ ਵਾਸਤੇ ਉਹਨਾਂ ਵੱਲੋਂ ਜਸਟਿਸ ਅਤੀਕ ਸ਼ਾਹ ਔਰ ਪਿਸ਼ਾਵਰ ਹਾਈ ਕੋਰਟ ਵਾਸਤੇ ਜਸਟਿਸ ਰੋਜ਼ੀ ਖਾਨ ਨੂੰ ਔਰ ਬਲੋਚਿਸਤਾਨ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਲਾਉਣ ਦੀਆਂ ਬਾਕਾਇਦਾ ਮਨਜ਼ੂਰੀਆਂ ਦੇ ਦਿੱਤੀਆਂ ਨੇ। ਇਦਾਂ ਹੁਕੂਮਤ ਇਹਨਾਂ ਸਾਰੀਆਂ ਸੂਬਾ ਹਾਈ ਕੋਰਟਸ ਦੇ ਵਿੱਚ ਜਿਹੜੇ ਜੱਜ ਚਾਹੁੰਦੀਆਂ ਸਨ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ। ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ 26ਵੇਂ ਆਈਨੀ ਬਦਲਾਅ ਦੇ ਉੱਤੇ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ, ਜਿਹਦੇ ਤੇ ਫੈਸਲਾ ਹੋਣਾ ਬਾਕੀ ਹੈ ਕਿ ਇਹ ਬਦਲਾਅ ਕਾਨੂੰਨੀ ਨਹੀਂ ਜਾਂ ਗੈਰ ਕਾਨੂੰਨੀ। ਜਸਟਿਸ ਮਨਸੂਰ ਅਲੀ ਸ਼ਾਹ ਉਹਨਾਂ ਦੇ ਇਤਰਾਜ਼ਾਂ ਤੋਂ ਬਾਅਦ ਵੀ ਇਹਨਾਂ ਸਾਰੀਆਂ ਸ਼ਾਵਾਂ ਨੂੰ ਨਜ਼ਰਅੰਦਾਜ਼ ਕਰਕੇ ਰਾਤ ਪਾਕਿਸਤਾਨੀ ਸਰਕਾਰ ਵੱਲੋਂ ਇਹਨਾਂ ਸਾਰੇ ਜਸਟਿਸ ਨੂੰ ਜ਼ਿੰਮੇਵਾਰੀਆਂ ਦੇਣ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ। ਯਾਦ ਰਵੇ ਕਿ ਜਸਟਿਸ ਸਰਫਰਾਜ਼ ਡੋਗਰ ਉਹੀ ਨੇ ਜਿਨ੍ਹਾਂ ਦੇ ਖਿਲਾਫ ਇਸਲਾਮਾਬਾਦ ਹਾਈ ਕੋਰਟ ਦੇ 5 ਸੀਨੀਅਰ ਜੱਜਾਂ ਵੱਲੋਂ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਅਰਜ਼ੀ ਦਾਇਰ ਕੀਤੀ ਗਈ ਹੈ ਕਿ ਸਾਡੀਆਂ ਸਨੈਟੀਆਂ ਨੂੰ ਪਰਾਂ ਕਰਕੇ ਇੱਕ ਜੂਨੀਅਰ ਤਰੀਨ ਜੱਜ ਜਿਹੜਾ ਕਿ ਲਾਹੌਰ ਹਾਈ ਕੋਰਟ ਦੇ ਵਿੱਚ ਵੀ 15ਵੇਂ ਨੰਬਰ ਤੇ ਸੀਗਾ, ਉਹਨੂੰ ਉਥੋਂ ਟ੍ਰਾਂਸਫਰ ਕਰਕੇ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦਾ ਜੱਜ ਲਾਇਆ ਗਿਆ ਤੇ ਹੁਣ ਉਹਨੂੰ ਚੀਫ ਜਸਟਿਸ ਲਾਇਆ ਜਾ ਰਿਹਾ। ਸੋ ਉਹਨਾਂ ਵੱਲੋਂ ਜਿਹੜੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਸੀਗੀਆਂ ਇਸ ਸਰਕਾਰੀ ਹੁਕਮ ਤੋਂ ਬਾਅਦ ਉਹ ਪੂਰੀਆਂ ਹੋ ਗਈਆਂ ਔਰ ਉਦਾਂ ਹੀ ਹੋਇਆ ਜਿੱਦਾਂ ਉਹਨਾਂ ਨੂੰ ਡਰ ਸੀ।
ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲਾਹੌਰ ਦੀਆਂ ਅੱਡੋ-ਅੱਡ ਜੇਲ੍ਹਾਂ ਦੇ ਵਿੱਚ ਕੈਦ ਪ੍ਰਧਾਨਾਂ ਨੇ ਇਹ ਆਖਿਆ ਹੈ ਕਿ ਅਸੀਂ ਹੁਕਮਰਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਇਹਦੀ ਵਜ੍ਹਾ ਉਹਨਾਂ ਨੇ ਇਹ ਦੱਸੀ ਕਿ ਮੁਲਕ ਇਸ ਵੇਲੇ ਮਾਸ਼ੀ ਸਿਆਸੀ ਤੌਰ ਤੇ ਅਫਰਾ-ਤਫਰੀ ਦਾ ਸ਼ਿਕਾਰ ਹੈ ਔਰ ਇਹਦੇ ਚੋਂ ਨਿਕਲਣ ਵਾਸਤੇ ਮੁਲਕ ਦੇ ਭਲੇ ਲਈ ਗੱਲਬਾਤ ਕਰਨਾ ਜ਼ਰੂਰੀ ਹੈ। ਉਹਨਾਂ ਨੇ ਆਖਿਆ ਕਿ ਅਸੀਂ ਹੁਕਮਰਾਨਾਂ ਦੇ ਨਾਲ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ ਔਰ ਐਸਟੈਬਲਿਸ਼ਮੈਂਟ ਦੇ ਨਾਲ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ। ਜੇ ਦੋਵੇਂ ਧਿਰਾਂ ਆਪਣਾ ਕੋਈ ਨੁਮਾਇੰਦਾ ਗਾਂ ਕਰਨਗੀਆਂ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਲਈ ਤਿਆਰ ਹਾਂ। ਐਸਟੈਬਲਿਸ਼ਮੈਂਟ ਤੋਂ ਮੁਰਾਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੇ ਇਹਨਾਂ ਲੀਡਰਾਂ ਦਾ ਫੌਜ ਹੈ। ਉਹਨਾਂ ਆਖਿਆ ਫੌਜ ਦੇ ਨੁਮਾਇੰਦੇ ਨਾਲ ਵੀ ਗੱਲਬਾਤ ਕਰਾਂਗੇ। ਇਹ ਪਹਿਲਾ ਮੌਕਾ ਹੈ ਕਿ ਇਮਰਾਨ ਖਾਨ ਦੇ ਨਾਲ ਗ੍ਰਿਫਤਾਰ ਹੋਏ, ਜੇਲ੍ਹਾਂ 'ਚ ਕੈਦ ਕੱਟਦੇ ਔਰ ਅਜ਼ੀਤਾਂ ਕੱਟਦੇ ਇਹ ਸਾਰੇ ਲੋਕ ਨੇ ਜਿਹੜੇ ਇਹਨਾਂ ਨੇ ਹੁਕਮਰਾਨਾਂ ਦੇ ਨਾਲ ਗੱਲਬਾਤ ਕਰਨ ਲਈ ਰਜ਼ਾਮੰਦੀ ਜ਼ਾਹਰ ਕਰ ਦਿੱਤੀ ਹੈ। ਇਸ ਤੋਂ ਪਹਿਲੇ ਇਮਰਾਨ ਖਾਨ ਹੁਣੇ ਜੇਲ੍ਹ ਦੇ ਵਿੱਚੋਂ ਸਿਰਫ ਔਰ ਸਿਰਫ ਫੌਜੀ ਜ਼ਿੰਮੇਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਹਾਮੀ ਭਰਦੇ ਰਹੇ ਨੇ ਔਰ ਉਹਨਾਂ ਦਾ ਕਹਿਣਾ ਆ ਕਿ ਸਿਰਫ ਫੌਜ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਦੇ ਹੁਕਮਰਾਨ ਕਠਪੁਤਲੀ ਨੇ। ਜੇਲ੍ਹ ਦੇ ਵਿੱਚੋਂ ਜਿਹੜਾ ਖਤ ਸਾਹਮਣੇ ਆਇਆ ਆ ਉਹਦੇ ਉੱਤੇ ਮੀਆਂ ਮਹਿਮੂਦੁਰ ਰਸ਼ੀਦ, ਡਾਕਟਰ ਯਾਸਮੀਨ ਰਾਸ਼ਿਦ, ਸ਼ਾਹ ਮਹਿਮੂਦ ਕੁਰੈਸ਼ੀ, ਇਜਾਜ਼ ਚੌਧਰੀ, ਉਮਰ ਸਰਫਰਾਜ਼ ਚੀਮਾ ਇਹਨਾਂ ਦੇ ਬਕਾਇਦਾ ਦਸਤਖਤ ਵੀ ਨੇ ਔਰ ਇਹਨਾਂ ਨੂੰ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਅਫੀਸ਼ੀਅਲ ਐਕਸ ਅਕਾਊਂਟ ਦੇ ਉੱਤੋਂ ਵਾਇਰਲ ਵੀ ਕੀਤਾ ਗਿਆ ਹੈ, ਜਿਹਦੇ 'ਚ ਇਹ ਸਾਫ਼ ਦੱਸਿਆ ਗਿਆ ਔਰ ਇਹਨੂੰ ਇੱਕ ਐਲਾਨ ਸਮਝਿਆ ਜਾ ਰਿਹਾ ਹੈ ਕਿ ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੁਕਮਰਾਨਾਂ ਔਰ ਫੌਜ ਨਾਲ ਗੱਲਬਾਤ ਕਰਨ ਲਈ ਤਿਆਰ ਨੇ। ਪਾਕਿਸਤਾਨ ਨੇ ਬਲੋਚਿਸਤਾਨ ਦੇ ਗਵਾਦਰ ਪੋਰਟ ਤੋਂ ਅਰਬ ਮੁਲਕਾਂ ਦੇ ਵਾਸਤੇ ਫੈਰੀ ਸਰਵਿਸ ਹੈ ਜਿਹੜੀ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਫੈਰੀ ਸਰਵਿਸ ਨੂੰ ਸ਼ੁਰੂ ਕਰਨ ਦੇ ਬਾਰੇ ਆਖਿਆ ਗਿਆ ਹੈ ਕਿ ਇਹਦੇ ਨਾਲ ਸਮੁੰਦਰੀ ਰਾਹ ਥਾਣੀ ਨਾ ਸਿਰਫ ਵਪਾਰ ਵਧੇਗਾ ਬਲਕਿ ਲੋਕਾਂ ਨੂੰ ਆਉਣ ਜਾਣ ਵਾਸਤੇ ਸਸਤੀ ਸਵਾਰੀ ਵੀ ਲੱਭੇਗੀ। ਇਸ ਤੋਂ ਅੱਡ ਅਰਬ ਮੁਲਕਾਂ ਦੇ ਨਾਲ ਲੋਕਾਂ ਦਾ ਆਪਸੀ ਮੇਲ ਮਿਲਾਪ ਜਿਹੜਾ ਉਹ ਵਧੇਗਾ। ਪਾਕਿਸਤਾਨ ਤੋਂ ਸਮੁੰਦਰੀ ਮਾਮਲਿਆਂ ਦੇ ਫੈਡਰਲ ਮਿਨਿਸਟਰ ਜੁਨੇਦ ਅਨਵਰ ਚੌਧਰੀ ਹੋਣਾ ਨੇ ਮੰਗਲ ਨੂੰ ਇਸ ਬਾਰੇ ਇੱਕ ਇਕੱਠ ਕੀਤਾ। ਮੰਗਲਵਾਰ ਨੂੰ ਹੋਣ ਵਾਲੇ ਇਸ ਇਕੱਠ ਦੇ ਵਿੱਚ ਆਖਿਆ ਕਿ ਇਹਦੀ ਬਕਾਇਦਾ ਮਨਜ਼ੂਰੀ ਦਿੱਤੀ ਜਾਂਦੀ ਹੈ ਔਰ ਹੁਣ ਟ੍ਰਾਂਸਸ਼ਿਪਮੈਂਟ ਔਰ ਲੌਜਿਸਟਿਕ ਦੇ ਤੌਰ ਤੇ ਗਵਾਦਰ 에ਅਰਪੋਰਟ ਜਿਹੜਾ ਇਹਨੂੰ ਬੜਾਵਾ ਦਿੱਤਾ ਜਾਏਗਾ ਤਾਂ ਜੇ ਇੱਥੇ ਕਾਰੋਬਾਰੀ ਔਰ ਵਪਾਰੀ ਸਰਗਰਮੀਆਂ ਨੇ ਜਿਹੜੀਆਂ ਉਹ ਵਧਣ। ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਖਲੀਜ ਤਾਵਨ ਤਨਜ਼ੀਮ ਯਾਨੀ ਅਰਬ ਮੁਲਕਾਂ ਦੀ ਤਨਜ਼ੀਮ GCC ਉਹਦੇ ਵਾਸਤੇ ਇਹ ਫੈਰੀ ਕਸ਼ਤੀ ਸਰਵਿਸ ਹੈ ਜਿਹੜੀ ਉਹ ਸ਼ੁਰੂ ਕਰਨ ਦੇ ਇਸ ਪਾਕਿਸਤਾਨੀ ਐਲਾਨ ਤੋਂ ਬਾਅਦ ਕੁਝ ਹਲਕਿਆਂ ਦਾ ਇਹ ਆਖਣਾ ਹੈ ਕਿ ਜੇ ਤੇ ਇਹ ਸਰਵਿਸ ਦੇ ਵਿੱਚ ਸਾਊਦੀ ਅਰਬ ਵੀ ਹੋਇਆ ਤੇ ਫਿਰ ਲੋਕਾਂ ਨੂੰ ਹੋ ਸਕਦਾ ਹੈ ਕਿ ਹਜ ਦਾ ਮੌਕਾ ਵੀ ਲੱਭੇ ਔਰ ਜੇ ਸਮੁੰਦਰੀ ਰਾਹ ਥਾਣੀ ਹਜ ਦਾ ਮੌਕਾ ਲੱਭਾ ਤੇ ਇਹਦੇ ਨਾਲ ਹਜ ਦਾ ਖਰਚਾ ਕਈ ਹੱਦ ਤੱਕ ਘਟ ਜਾਏਗਾ। ਯਾਦ ਰਵੇ ਕਿ ਪਾਕਿਸਤਾਨ ਤੋਂ ਹਜ ਕਰਨ ਦਾ ਖਰਚਾ ਸਾਲ 2025 ਦੇ ਵਿੱਚ 12 ਲੱਖ ਰੁਪਏ ਦੇ ਲਾਗੇ ਚਾਗੇ ਸੀਗਾ, ਪਰ ਜਦੋਂ ਫੈਰੀ ਸਰਵਿਸ ਸ਼ੁਰੂ ਹੋ ਜਾਂਦੀ ਹੈ ਤੇ ਕਸ਼ਤੀ ਦੇ ਰਾਹੀਂ ਇਹ ਸਫ਼ਰ ਹੈ ਜਿਹੜਾ ਇਹ ਸਸਤਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਫੈਡਰਲ ਸਰਕਾਰ ਨੇ 10 ਜੁਲਾਈ ਤੋਂ ਮੁਲਕ ਭਰ ਦੇ ਵਿੱਚ ਸਸਤਾ ਰਾਸ਼ਨ ਵੇਚਣ ਵਾਲੇ ਸਰਕਾਰੀ ਸਟੋਰ ਯਾਨੀ ਯੂਟਿਲਿਟੀ ਸਟੋਰਸ ਨੇ ਜਿਹੜੇ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਮੁਲਕ ਭਰ ਦੇ ਵਿੱਚ ਫੈਡਰਲ ਸਰਕਾਰ ਦੇ ਸਟੋਰਸ ਨੇ ਜਿਹੜੇ ਇਹਨਾਂ ਦੀ ਗਿਣਤੀ 1700 ਸੀ, ਜਿਹਦੇ ਵਿੱਚੋਂ 1000 ਪਹਿਲੋਂ ਹੀ ਬੰਦ ਕਰ ਦਿੱਤੇ ਗਏ ਨੇ। ਹੁਣ ਤਾਜ਼ਾ ਹੁਕਮ ਦੇ ਵਿੱਚ ਆਖਿਆ ਗਿਆ ਕਿ ਬਾਕੀ ਰਹਿੰਦੇ 700 ਸਟੋਰ ਨੇ ਜਿਹੜੇ ਇਹ ਵੀ 10 ਜੁਲਾਈ ਤੱਕ ਆਪਣਾ ਕੰਮਕਾਰ ਬੰਦ ਕਰ ਦੇਣਗੇ। ਇੱਥੇ ਜਿਹੜਾ ਰਾਸ਼ਨ ਔਰ ਗਰੋਸਰੀ ਪਈ ਏ ਉਹਨਾਂ ਨੂੰ ਗੋਦਾਮਾਂ ਦੇ ਵਿੱਚ ਵਾਪਸ ਭੇਜਿਆ ਜਾਏਗਾ, ਜਿਹਨੂੰ ਸਰਕਾਰੀ ਨਿਗਰਾਨੀ ਦੇ ਵਿੱਚ ਬਾਅਦ 'ਚ ਸਰਕਾਰੀ ਪੱਧਰ ਦੇ ਉੱਤੇ ਵੇਚ ਕੇ ਦੁਕਾਨਦਾਰਾਂ ਨੂੰ ਦੇ ਦਿੱਤਾ ਜਾਏਗਾ। ਜਦਕਿ ਯੂਟਿਲਿਟੀ ਸਟੋਰ ਐਸੋਸੀਏਸ਼ਨ ਦੇ ਜਿਹੜੇ ਯੂਨੀਅਨ ਪ੍ਰਧਾਨ ਨੇ ਰਾਜਾ ਮਸਕੀਨ ਹੋਣੇ, ਉਹਨਾਂ ਦਾ ਆਖਣਾ ਹੈ ਕਿ ਇਸ ਮਾਮਲੇ ਦੇ ਉੱਤੇ ਅਸੀਂ ਜ਼ਿੰਮੇਦਾਰਾਂ ਦੇ ਨਾਲ ਮਿਲੇ ਆ, ਅਸੀਂ ਆਪਣੀ ਚਿੰਤਾ ਉਹਨਾਂ ਨੂੰ ਦਸੀਏ, ਅਸੀਂ ਇਸ ਹੁਕਮ ਨੂੰ ਨਹੀਂ ਮੰਨਾਂਗੇ। ਅਸੀਂ ਆਪਣੀ ਯੂਨੀਅਨ ਦੇ ਪਲੇਟਫਾਰਮ ਤੋਂ ਸਾਰੇ 700 ਸਟੋਰ ਦੇ ਜ਼ਿੰਮੇਦਾਰ ਔਰ ਜਿਹੜੇ ਮੁਲਾਜ਼ਮ ਕੰਮ ਕਰਨ ਦੇ ਉਹਨਾਂ ਨੂੰ ਕਹਤੇ ਆ ਕਿ ਕੋਈ ਜ਼ੋਰ ਧੱਕਾ ਬਰਦਾਸ਼ਤ ਨਾ ਕੀਤਾ ਜਾਏ। ਅਗਰ ਸਰਕਾਰ ਨੇ ਜ਼ੋਰ ਧੱਕਾ ਕੀਤਾ ਤੇ ਅਸੀਂ ਇਹਦਾ ਜਵਾਬ ਦੇਵਾਂਗੇ। ਅਸੀਂ ਧੱਕੇ ਦੇ ਨਾਲ ਇਹ ਸਟੋਰ ਬੰਦ ਨਹੀਂ ਕਰਾਂਗੇ। ਸਰਕਾਰ ਪਹਿਲਾਂ ਸਾਡੇ ਨਾਲ ਬੈਠੇ ਗੱਲਬਾਤ ਕਰੇ, ਸਾਨੂੰ ਪੂਰਾ ਇੱਕ ਪੈਕੇਜ ਹੈ ਜਿਹੜਾ ਉਹ ਆਫਰ ਕਰੇ। ਅਸੀਂ ਇੱਕ ਪੈਕੇਜ ਬਣਾਇਆ ਜਿਹਦੇ ਤਹਿਤ ਕੰਟਰੈਕਟ ਮੁਲਾਜ਼ਮ ਔਰ ਰੈਗੂਲਰ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਫਾਰਗ ਕਰਨ ਤੋਂ ਪਹਿਲਾਂ ਉਹਨਾਂ ਦੀ ਮਾਲੀ ਮਦਦ ਹੈ ਜਿਹੜੀ ਜਾਂ ਉਹਨਾਂ ਦਾ ਮਾਲੀ ਹੱਕ ਹੈ ਜਿਹੜਾ ਉਹ ਉਹਨਾਂ ਨੂੰ ਦਿੱਤਾ ਜਾਏ, ਉਸ ਤੋਂ ਬਾਅਦ ਇਹ ਸਟੋਰ ਬੰਦ ਕੀਤੇ ਜਾਣ। ਯੂਨੀਅਨ ਦਾ ਆਖਣਾ ਹੈ ਕਿ ਅਸੀਂ ਧੱਕੇ ਦੇ ਨਾਲ ਸਟੋਰ ਬੰਦ ਨਹੀਂ ਕਰਾਂਗੇ, ਜਦਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਕੱਢ ਦਿੱਤਾ ਗਿਆ ਹੈ ਕਿ 10 ਜੁਲਾਈ ਤੋਂ ਇਹ ਸਾਰੇ 700 ਯੂਟਿਲਿਟੀ ਸਟੋਰਸ ਬੰਦ ਹੋ ਜਾਣਗੇ। ਭਾਰਤ ਦੇ ਰੇਗਿਸਤਾਨ ਦੇ ਵਿੱਚੋਂ ਇੱਕ ਪਾਕਿਸਤਾਨੀ ਹਿੰਦੂ ਜੋੜੇ ਦੀ ਲਾਸ਼ ਲੱਭੀ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਹਨਾਂ ਦਾ ਨਾਂ ਰਵੀ ਕੁਮਾਰ ਔਰ ਸ਼ਾਂਤੀ ਬਾਈ ਦੱਸਿਆ ਗਿਆ ਹੈ। ਇਹ ਜੋੜਾ ਹੈ ਜਿਹੜਾ ਇਹ ਵਿਆਹਿਆ ਹੈ ਔਰ ਇਹਨਾਂ ਦਾ ਤਾਲੁਕ ਪਾਕਿਸਤਾਨ ਦੇ ਸੂਬੇ ਸਿੰਧ ਦੇ ਇਲਾਕੇ ਗੋਟਕੀ ਦੇ ਨਾਲ ਹੈ। ਗੋਟਕੀ ਸ਼ਹਿਰ ਦੇ ਵਿੱਚ ਇਹ ਮਿਰੋਥਲ ਮਾਥਿਓ ਦੇ ਰਹਿਣ ਵਾਲੇ ਸਨ। ਖਬਰਾਂ ਮਿਲੀਆਂ ਨੇ ਕਿ ਇਹ ਮੁੰਡਾ ਆਪਣੇ ਪਿਓ ਦੇ ਨਾਲ ਝੋਨੇ ਨੂੰ ਪਾਣੀ ਲਾਉਣ ਦੇ ਮਾਮਲੇ ਦੇ ਉੱਤੇ ਝਗੜਿਆ, ਪਿਓ ਨੇ ਇਹਨੂੰ ਮਾਰਿਆ ਕੁੱਟਿਆ। ਉਸ ਤੋਂ ਬਾਅਦ ਇਹ ਆਪਣੀ ਘਰ ਵਾਲੀ ਨੂੰ ਲੈ ਕੇ ਮੋਟਰਸਾਈਕਲ ਤੇ ਘਰੋਂ ਚਲਾ ਗਿਆ। ਘਰ ਵਾਲਿਆਂ ਨੂੰ ਕਿਸੇ ਨੇ ਦੱਸਿਆ ਕਿ ਉਹ ਬਾਰਡਰ ਦੇ ਲਾਗੇ ਦੇ ਇੱਕ ਦਰਬਾਰ ਤੇ ਬੈਠੇ ਨੇ, ਪਰ ਇਸ ਤੋਂ ਬਾਅਦ ਇਹਨਾਂ ਦਾ ਕੋਈ ਪਤਾ ਨਾ ਲੱਗਾ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਜਦੋਂ ਇਹ ਲਾਸ਼ਾਂ ਲੱਭੀਆਂ ਤੇ ਭਾਰਤੀ ਜ਼ਿੰਮੇਦਾਰਾਂ ਦਾ ਆਖਣਾ ਆ ਕਿ ਇਹਨਾਂ ਦੇ ਮੁੱਖ ਮਹਾਂਦਰੇ ਨੇ ਜਿਹੜੇ ਉਹ ਸੜ ਚੁੱਕੇ ਸਨ ਔਰ ਇਦਾਂ ਲੱਗ ਰਿਹਾ ਹੈ ਕਿ ਇਹ ਭੁੱਖ ਪਿਆਸ ਕਾਰਨ ਰੇਗਿਸਤਾਨ ਦੇ ਵਿੱਚ ਮਰ ਗਏ। ਪਾਕਿਸਤਾਨੀ ਆਬਾਦੀ ਤੋਂ ਇਹ ਬਾਰਡਰ ਜਿਹੜਾ ਇਹ 60 ਕਿਲੋਮੀਟਰ ਦੂਰ ਹੈ, ਜਦਕਿ ਭਾਰਤ ਵਾਲੇ ਪਾਸੇ ਬਾਰਡਰ ਤੋਂ 15 ਕਿਲੋਮੀਟਰ ਅੰਦਰ ਇਹਨਾਂ ਦੀਆਂ ਲਾਸ਼ਾਂ ਲੱਭੀਆਂ ਹੈ। ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਭਾਰਤ ਦੇ ਵਿੱਚ ਵੀ ਸਨ ਔਰ ਉਹਨਾਂ ਨੇ ਉਥੋਂ ਦੇ ਹਿੰਦੂ ਰਸਮ ਰਿਵਾਜ ਦੇ ਮੁਤਾਬਕ ਇਹਨਾਂ ਦੀਆਂ ਚਿਤਾਵਾਂ ਨੇ ਜਿਹੜੀਆਂ ਉਹਨਾਂ ਨੂੰ ਸਾੜ ਦਿੱਤਾ ਹੈ। ਪਾਕਿਸਤਾਨ ਦੇ ਵਿੱਚ ਜਦੋਂ ਇਹਨਾਂ ਦੇ ਘਰ ਵਾਲਿਆਂ ਦੇ ਨਾਲ
ਰਾਬਤਾ ਕੀਤਾ ਗਿਆ ਤੇ ਪਿਓ ਨੇ ਇਹ ਆਖਿਆ ਕਿ ਮੈਂ ਝੋਨੇ ਨੂੰ ਪਾਣੀ ਲਾਉਣ ਲਈ ਆਖਿਆ ਸੀਗਾ, ਪਰ ਮੇਰਾ ਮੁੰਡਾ ਹੈ ਜਿਹੜਾ ਉਹਨੇ ਮੇਰੀ ਗੱਲ ਨਾ ਮੰਨੀ, ਜਿਹਦੇ ਤੋਂ ਬਾਅਦ ਮੈਂ ਉਹਨੂੰ ਮੰਦਾ ਚੰਗਾ ਆਖਿਆ ਔਰ ਇੱਕ ਦੋ ਚਪੇੜਾਂ ਵੀ ਮਾਰੀਆਂ। ਜਿਹਦੇ ਤੋਂ ਬਾਅਦ ਉਹ ਰੁੱਸ ਕੇ ਆਪਣੀ ਘਰ ਵਾਲੀ ਨੂੰ ਲੈ ਕੇ ਘਰੋਂ ਚਲਾ ਗਿਆ। ਮੈਨੂੰ ਕੀ ਪਤਾ ਸੀਗਾ ਕਿ ਉਹ ਅਜੇ ਸਫ਼ਰ ਤੇ ਜਾਣ ਡਿਆ ਜਿੱਥੋਂ ਉਹਨੇ ਵਾਪਸ ਨਹੀਂ ਆਣਾ। ਇਸ ਮੁੰਡੇ ਔਰ ਇਸ ਕੁੜੀ ਦੇ ਘਰ ਵਾਲਿਆਂ ਦਾ ਆਖਣਾ ਹੈ ਕਿ ਦੋਹਾਂ ਨੇ ਭਾਰਤ ਦੇ ਵਿੱਚ ਪਨਾਹ ਲੈਣ ਵਾਸਤੇ ਅਰਜ਼ੀ ਭਰੀ ਹੋਈ ਸੀਗੀ, ਜਿਹਨੂੰ 2 ਸਾਲ ਹੋ ਗਏ ਸਨ ਔਰ ਉਹ ਉਡੀਕ 'ਚ ਸਨ ਕਿ ਅਸੀਂ ਪਾਕਿਸਤਾਨ ਤੋਂ ਭਾਰਤ ਜਾ ਕੇ ਵਸਣਾ ਹੈ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਮੌਤ ਨੇ ਆ ਕੇ ਰਿਹਾ। ਲੋ ਜੀ, ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਯਾਨੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣੀਆਂ ਔਰ ਇਹਦੇ ਨਾਲ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੇਖ ਵੀ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਸਾਡੇ ਇਹ ਸਾਰੇ ਚੈਨਲ ਨੇ ਜਿਹੜੇ ਸਬਸਕ੍ਰਾਈਬ ਕਰਨੇ ਪੈਣਗੇ, ਜੁਆਇਨ ਕਰਨੇ ਪੈਣਗੇ, ਘੰਟੀ ਦਾ ਬਟਨ ਦਬਾਉਣਾ ਪਏਗਾ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ 408 272 5200 4082725200। ਮੈਨੂੰ ਮਸੂਦ ਮਲਿਕ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।